ਵੈਲਕਮ ਪੰਜਾਬੀ shorthand.com ਵੀ ਰੈਡੀ ਸਟਾਰਟ। ਹੁਣ ਜਦੋਂ ਇੱਕ ਵਾਰ ਫਿਰ ਤਾਲਿਬਾਨ ਲੜਾਕਿਆਂ ਨੇ ਹਥਿਆਰਾਂ ਦੀ ਤਾਕਤ ਨਾਲ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ ਤਾਂ ਦੇਸ਼ ਦੇ ਬਹੁਤੇ ਲੋਕਾਂ ਨੂੰ ਤਾਲਿਬਾਨ ਦੀ ਪਿਛਲੀ ਹਕੂਮਤ 1996 ਤੋਂ 2001 ਦੀ ਕਰੂਰਤਾ ਦੀ ਯਾਦ ਸਤਾਉਣ ਲੱਗੀ ਹੈ। ਡੰਡੀ ਇਸ ਸਮੇਂ ਵਿੱਚ ਲਗਾਤਾਰ ਮਨੁੱਖੀ ਘਾਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਸਨ। ਡੰਡੀ ਇਸ ਜਥੇਬੰਦੀ ਨੇ ਮੁਲਕ ਵਿੱਚ ਸਖਤ ਸ਼ਰੀਅਤ ਕਾਨੂੰਨ ਲਾਗੂ ਕਰ ਦਿੱਤੇ ਸਨ। ਡੰਡੀ ਸ਼ਹਿਰੀ ਆਜ਼ਾਦੀਆਂ ਪੂਰੀ ਤਰ੍ਹਾਂ ਖਤਮ ਹੋ ਗਈਆਂ ਸਨ। ਡੰਡੀ ਔਰਤਾਂ ਨੂੰ ਪਰਦੇ ਵਿੱਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਡੰਡੀ ਲੜਕੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਸੀ। ਡੰਡੀ ਤਾਲਿਬਾਨ ਜਿਸ ਕਿਸੇ ਔਰਤ ਨੂੰ ਵੀ ਗੁਨਾਹਗਾਰ ਸਮਝਦੇ ਸਨ ਉਸ ਨੂੰ ਸ਼ਰੇਆਮ ਚੌਂਕਾਂ ਵਿੱਚ ਕੋੜੇ ਮਾਰੇ ਜਾਂਦੇ ਸਨ। ਜਿਨ੍ਹਾਂ ਦੀ ਪੀੜ ਨਾ ਸਹਿੰਦੀਆਂ ਹੋਈਆਂ ਔਰਤਾਂ ਬਹੁਤੀ ਵਾਰ ਦਮ ਤੋੜ ਜਾਂਦੀਆਂ ਸਨ। ਡੰਡੀ ਪਹਿਰਾ ਮਰਦਾਂ 'ਤੇ ਵੀ ਸ਼ਹਿਰੀ ਆਜ਼ਾਦੀਆਂ ਦੇ ਮਾਮਲੇ ਵਿੱਚ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਡੰਡੀ ਮੁੱਢਲੀਆਂ ਸਹੂਲਤਾਂ ਦਾ ਇੱਕ ਤਰ੍ਹਾਂ ਨਾਲ ਭੋਗ ਪੈ ਚੁੱਕਾ ਸੀ। ਡੰਡੀ ਸੜਕਾਂ ਦਾ ਕੋਈ ਹਾਲ ਨਹੀਂ ਸੀ। ਡੰਡੀ ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਲਈ ਵੀ ਲੋਕ ਤਰਸਦੇ ਦੇਖੇ ਗਏ ਸਨ। ਡੰਡੀ ਇਹ ਦੇਸ਼ ਅੱਤਵਾਦੀਆਂ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਦਾ ਗੜ੍ਹ ਬਣ ਚੁੱਕਾ ਸੀ। ਡੰਡੀ ਇਸ ਵਿੱਚ ਵੱਡੀ ਸ਼ਹਿ ਪਾਕਿਸਤਾਨ ਦੀ ਸੀ। ਡੰਡੀ ਮੁੱਖ ਸ਼ਹਿਰ ਕੰਧਾਰ 'ਚੋਂ ਉੱਠੀ ਇਹ ਲਹਿਰ ਹੌਲੀ ਹੌਲੀ ਪੂਰੇ ਦੇਸ਼ 'ਤੇ ਛਾ ਗਈ ਸੀ। ਡੰਡੀ ਚਾਹੇ ਇਸੇ ਹੀ ਸਮੇਂ ਦੌਰਾਨ ਸਖਤ ਗ੍ਰਹਿ ਯੁੱਧ ਵੀ ਚੱਲਦਾ ਰਿਹਾ ਸੀ। ਡੰਡੀ ਇਸ ਲੰਮੇ ਘਟਨਾਕ੍ਰਮ ਵਿੱਚ ਮੁਹੰਮਦ ਨਜੀਬੁੱਲਾ ਦੀ ਹਕੂਮਤ ਵੀ ਰਹੀ ਅਤੇ ਗੁਲਾਬੁੱਦੀਨ ਹਿਕਮਤਯਾਰ ਅਤੇ ਅਹਿਮਦ ਸ਼ਾਹ ਮਸੂਦ ਵਰਗੇ ਆਗੂ ਵੀ ਉੱਭਰ ਕੇ ਅੱਗੇ ਆਏ। ਡੰਡੀ ਮੁਹੰਮਦ ਉਮਰ ਤਾਲਿਬਾਨ ਦਾ ਆਗੂ ਸੀ। ਡੰਡੀ ਪਾਕਿਸਤਾਨ ਨੇ ਉਸ ਸਮੇਂ 90,000 ਤਾਲਿਬਾਨਾਂ ਨੂੰ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ। ਡੰਡੀ ਉੱਥੋਂ ਦੀ ਬਦਨਾਮ ਖੁਫੀਆ ਏਜੰਸੀ ISI ਅਫਗਾਨਿਸਤਾਨ ਵਿੱਚ ਵੱਡਾ ਰੋਲ ਅਦਾ ਕਰ ਰਹੀ ਸੀ। ਡੰਡੀ ਅੱਤਵਾਦੀਆਂ ਦਾ ਗੜ੍ਹ ਬਣ ਜਾਣ ਕਾਰਨ ਦੁਨੀਆ ਭਰ ਵਿੱਚ ਫੈਲੀ ਅੱਤਵਾਦੀ ਜਥੇਬੰਦੀ ਅਲ-ਕਾਇਦਾ ਵੀ ਅਫਗਾਨਿਸਤਾਨ ਵਿੱਚ ਪੂਰੀ ਤਰ੍ਹਾਂ ਸਰਗਰਮ ਸੀ। ਡੰਡੀ ਇਸੇ ਹਾਲਤ ਵਿੱਚ ਉਸਾਮਾ ਬਿਨ ਲਾਦੇਨ ਨੇ ਨਵੰਬਰ 2001 ਵਿੱਚ ਅਮਰੀਕਾ ਦੇ ਵੱਡੇ ਤਜਾਰਤੀ ਸ਼ਹਿਰ ਨਿਊਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਦੀਆਂ ਉੱਚੀਆਂ ਇਮਾਰਤਾਂ ਨੂੰ
ਆਪਣੇ ਜਹਾਜ਼ਾਂ ਰਾਹੀਂ ਅਮਰੀਕੀ ਜਹਾਜ਼ਾਂ ਨੂੰ ਅਗਵਾ ਕਰਕੇ ਢਹਿ ਢੇਰੀ ਕਰਾ ਦਿੱਤਾ ਸੀ, ਜਿਸ ਕਾਰਨ ਕਰੀਬ 6000 ਵਿਅਕਤੀਆਂ ਦੀ ਮੌਤ ਹੋ ਗਈ ਸੀ। ਡੰਡੀ ਸਟੋਪ। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਹੁਣ ਜਦੋਂ ਇੱਕ ਵਾਰ ਫਿਰ ਤਾਲਿਬਾਨ ਲੜਾਕਿਆਂ ਨੇ ਹਥਿਆਰਾਂ ਦੀ ਤਾਕਤ ਨਾਲ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਹੈ ਤਾਂ ਦੇਸ਼ ਦੇ ਬਹੁਤੇ ਲੋਕਾਂ ਨੂੰ ਤਾਲਿਬਾਨ ਦੀ ਪਿਛਲੀ ਹਕੂਮਤ 1996 ਤੋਂ 2001 ਦੀ ਕਰੂਰਤਾ ਦੀ ਯਾਦ ਸਤਾਉਣ ਲੱਗੀ ਹੈ। ਡੰਡੀ ਇਸ ਸਮੇਂ ਵਿੱਚ ਲਗਾਤਾਰ ਮਨੁੱਖੀ ਘਾਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਸਨ। ਡੰਡੀ ਇਸ ਜਥੇਬੰਦੀ ਨੇ ਮੁਲਕ ਵਿੱਚ ਸਖਤ ਸ਼ਰੀਅਤ ਕਾਨੂੰਨ ਲਾਗੂ ਕਰ ਦਿੱਤੇ ਸਨ। ਡੰਡੀ ਸ਼ਹਿਰੀ ਆਜ਼ਾਦੀਆਂ ਪੂਰੀ ਤਰ੍ਹਾਂ ਖਤਮ ਹੋ ਗਈਆਂ ਸਨ। ਡੰਡੀ ਔਰਤਾਂ ਨੂੰ ਪਰਦੇ ਵਿੱਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਡੰਡੀ ਲੜਕੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਸੀ। ਡੰਡੀ ਤਾਲਿਬਾਨ ਜਿਸ ਕਿਸੇ ਔਰਤ ਨੂੰ ਵੀ ਗੁਨਾਹਗਾਰ ਸਮਝਦੇ ਸਨ, ਉਸ ਨੂੰ ਸ਼ਰੇਆਮ ਚੌਂਕਾਂ ਵਿੱਚ ਕੋੜੇ ਮਾਰੇ ਜਾਂਦੇ ਸਨ। ਜਿਨ੍ਹਾਂ ਦੀ ਪੀੜ ਨਾ ਸਹਿੰਦੀਆਂ ਹੋਈਆਂ ਔਰਤਾਂ ਬਹੁਤੀ ਵਾਰ ਦਮ ਤੋੜ ਜਾਂਦੀਆਂ ਸਨ। ਡੰਡੀ ਪੈਰਾ ਮਰਦਾਂ ਤੇ ਵੀ ਸ਼ਹਿਰੀ ਆਜ਼ਾਦੀਆਂ ਦੇ ਮਾਮਲੇ ਵਿੱਚ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਡੰਡੀ ਮੁੱਢਲੀਆਂ ਸਹੂਲਤਾਂ ਦਾ ਇੱਕ ਤਰ੍ਹਾਂ ਨਾਲ ਭੋਗ ਪੈ ਚੁੱਕਾ ਸੀ। ਡੰਡੀ ਸੜਕਾਂ ਦਾ ਕੋਈ ਹਾਲ ਨਹੀਂ ਸੀ। ਡੰਡੀ ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਲਈ ਵੀ ਲੋਕ ਤਰਸਦੇ ਦੇਖੇ ਗਏ ਸਨ। ਡੰਡੀ ਇਹ ਦੇਸ਼ ਅੱਤਵਾਦੀਆਂ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਦਾ ਗੜ੍ਹ ਬਣ ਚੁੱਕਾ ਸੀ। ਡੰਡੀ ਇਸ ਵਿੱਚ ਵੱਡੀ ਸ਼ਹਿਰ ਪਾਕਿਸਤਾਨ ਦੀ ਸੀ। ਡੰਡੀ ਮੁੱਖ ਸ਼ਹਿਰ ਕੰਧਾਰ ਚੋਂ ਉੱਠੀ ਇੱਕ ਲਹਿਰ ਹੌਲੀ ਹੌਲੀ ਪੂਰੇ ਦੇਸ਼ ਤੇ ਛਾ ਗਈ ਸੀ। ਡੰਡੀ ਚਾਹੇ ਇਸੇ ਹੀ ਸਮੇਂ ਦੌਰਾਨ ਸਖਤ ਗ੍ਰਹਿ ਯੁੱਧ ਵੀ ਚੱਲਦਾ ਰਿਹਾ ਸੀ। ਡੰਡੀ ਇਸ ਲੰਮੇ ਘਟਨਾਕ੍ਰਮ ਵਿੱਚ ਮੁਹੰਮਦ ਨਜੀਬ ਉੱਲਾ ਦੀ ਹਕੂਮਤ ਵੀ ਰਹੀ ਅਤੇ ਗੁਲਾਬਦੀਨ ਹਿਕਮਤਯਾਰ ਅਤੇ ਅਹਿਮਦ ਸ਼ਾਹ ਮਸੂਦ ਵਰਗੇ ਆਗੂ ਵੀ ਉੱਭਰ ਕੇ ਅੱਗੇ ਆਏ। ਡੰਡੀ ਮੁਹੰਮਦ ਉਮਰ ਤਾਲਿਬਾਨ ਦਾ ਆਗੂ ਸੀ। ਡੰਡੀ ਪਾਕਿਸਤਾਨ ਨੇ ਉਸ ਸਮੇਂ 90,000 ਤਾਲਿਬਾਨਾਂ ਨੂੰ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ ਸੀ। ਡੰਡੀ ਉੱਥੋਂ ਦੀ ਬਦਨਾਮ ਖੂਫੀਆ ਏਜੰਸੀ ISI ਅਫਗਾਨਿਸਤਾਨ ਵਿੱਚ ਵੱਡਾ ਰੋਲ ਅਦਾ ਕਰ ਰਹੀ ਸੀ। ਡੰਡੀ ਅੱਤਵਾਦੀਆਂ ਦਾ ਗੜ੍ਹ ਬਣ ਜਾਣ ਕਾਰਨ ਦੁਨੀਆ ਭਰ ਵਿੱਚ ਫੈਲੀ ਅੱਤਵਾਦੀ ਜਥੇਬੰਦੀਆਂ ਅਲ-ਕਾਇਦਾ ਵੀ ਅਫਗਾਨਿਸਤਾਨ ਵਿੱਚ ਪੂਰੀ ਤਰ੍ਹਾਂ ਸਰਗਰਮ ਸੀ। ਡੰਡੀ ਇਸੇ ਹਾਲਾਤ ਵਿੱਚ ਓਸਾਮਾ ਬਿਨ ਲਾਦੇਨ ਨੇ ਨਵੰਬਰ 2001 ਵਿੱਚ ਅਮਰੀਕਾ ਦੇ ਵੱਡੇ ਤਜਾਰਤੀ ਸ਼ਹਿਰ ਨਿਊਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਦੀਆਂ ਉੱਚੀਆਂ ਇਮਾਰਤਾਂ ਨੂੰ ਆਪਣੇ ਜਿਹਾਦੀਆਂ ਰਾਹੀਂ ਅਮਰੀਕੀ ਜਹਾਜ਼ ਨੂੰ ਅਗਵਾ ਕਰਕੇ ਢਹਿ ਢੇਰੀ ਕਰਾ ਦਿੱਤਾ ਸੀ, ਜਿਸ ਕਾਰਨ ਕਰੀਬ 6000 ਵਿਅਕਤੀਆਂ ਦੀ ਮੌਤ ਹੋ ਗਈ ਸੀ। ਡੰਡੀ ਇਸ ਜਥੇਬੰਦੀ ਦਾ ਆਗੂ ਓਸਾਮਾ ਬਿਨ ਲਾਦੇਨ ਅਫਗਾਨਿਸਤਾਨ ਵਿੱਚ ਬੈਠਾ ਸੀ। ਡੰਡੀ ਅਮਰੀਕਾ ਨੇ ਉਸ ਸਮੇਂ ਤਾਲਿਬਾਨ ਦੇ ਮੁੱਖ ਆਗੂ ਮੁਹੰਮਦ ਉਮਰ ਨੂੰ ਓਸਾਮਾ ਬਿਨ ਲਾਦੇਨ ਦੁਆਰਾ ਕੀਤੇ ਗਏ ਜੁਰਮ ਕਰਕੇ ਉਸ ਨੂੰ ਅਮਰੀਕਾ ਦੇ ਹਵਾਲੇ ਕਰਨ ਲਈ ਕਿਹਾ ਸੀ, ਜਿਸ ਲਈ ਮੁਹੰਮਦ ਉਮਰ ਨੇ ਕੋਰਾ ਜਵਾਬ ਦੇ ਦਿੱਤਾ ਸੀ। ਡੰਡੀ ਅਮਰੀਕਾ ਨੇ ਆਪਣੇ ਹੋਰ ਸਹਿਯੋਗੀ ਦੇਸ਼ਾਂ ਨਾਲ ਰਲ ਕੇ ਪਾਕਿਸਤਾਨ ਰਾਹੀਂ ਅਫਗਾਨਿਸਤਾਨ ਵਿੱਚ ਆਪਣੀਆਂ ਫੌਜਾਂ ਭੇਜ ਦਿੱਤੀਆਂ ਸਨ। ਡੰਡੀ ਰਹਿੰਦੇ ਖੁੰਦੇ ਦੇਸ਼ ਨੂੰ ਤਬਾਹ ਕਰਕੇ ਉਸ ਤੇ ਕਬਜ਼ਾ ਕਰ ਲਿਆ ਸੀ।
ਡੰਡੀ। ਇਸ ਤੋਂ ਬਾਅਦ 20 ਸਾਲ ਤੱਕ ਅਮਰੀਕਾ ਤੇ ਨਾਟੋ ਦੇਸ਼ਾਂ ਨੇ ਆਪਣੀਆਂ ਫੌਜਾਂ ਉੱਥੇ ਰੱਖੀਆਂ, ਪਰ ਤਾਲਿਬਾਨ ਨੇ ਪਾਕਿਸਤਾਨ ਦੀ ਸਰਜ਼ਮੀਨ ਤੋਂ ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਹੁਣ ਜਦੋਂ ਇੱਕ ਵਾਰ ਫਿਰ ਤਾਲਿਬਾਨ ਲੜਾਕਿਆਂ ਨੇ ਹਥਿਆਰਾਂ ਦੀ ਤਾਕਤ ਨਾਲ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਹੈ ਤਾਂ ਦੇਸ਼ ਦੇ ਬਹੁਤੇ ਲੋਕਾਂ ਨੂੰ ਤਾਲਿਬਾਨ ਦੀ ਪਿਛਲੀ ਹਕੂਮਤ 1996 ਤੋਂ 2001 ਦੀ ਕਰੂਰਤਾ ਦੀ ਯਾਦ ਸਤਾਉਣ ਲੱਗੀ ਹੈ ਡੰਡੀ। ਇਸ ਸਮੇਂ ਵਿੱਚ ਲਗਾਤਾਰ ਮਨੁੱਖੀ ਘਾਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਸਨ ਡੰਡੀ। ਇਸ ਜਥੇਬੰਦੀ ਨੇ ਮੁਲਕ ਵਿੱਚ ਸਖਤ ਸ਼ਰੀਅਤ ਕਾਨੂੰਨ ਲਾਗੂ ਕਰ ਦਿੱਤੇ ਸਨ ਡੰਡੀ। ਸ਼ਹਿਰੀ ਆਜ਼ਾਦੀਆਂ ਪੂਰੀ ਤਰ੍ਹਾਂ ਖਤਮ ਹੋ ਗਈਆਂ ਸਨ। ਔਰਤਾਂ ਨੂੰ ਪਰਦੇ ਵਿੱਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਡੰਡੀ। ਲੜਕੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਸੀ ਡੰਡੀ। ਤਾਲਿਬਾਨ ਜਿਸ ਕਿਸੇ ਔਰਤ ਨੂੰ ਵੀ ਗੁਨਾਹਗਾਰ ਸਮਝਦੇ ਸਨ, ਉਸ ਨੂੰ ਸ਼ਰੇਆਮ ਚੌਂਕਾਂ ਵਿੱਚ ਕੋੜੇ ਮਾਰੇ ਜਾਂਦੇ ਸਨ। ਜਿਨ੍ਹਾਂ ਦੀ ਪੀੜ ਨਾ ਸਹਿੰਦੀਆਂ ਔਰਤਾਂ ਬਹੁਤੀ ਵਾਰ ਦਮ ਤੋੜ ਜਾਂਦੀਆਂ ਸਨ ਡੰਡੀ। ਪੈਰਾ ਮਰਦਾਂ ਤੇ ਵੀ ਸ਼ਹਿਰੀ ਆਜ਼ਾਦੀਆਂ ਦੇ ਮਾਮਲੇ ਵਿੱਚ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ ਡੰਡੀ। ਮੁੱਢਲੀਆਂ ਸਹੂਲਤਾਂ ਦਾ ਇੱਕ ਤਰ੍ਹਾਂ ਨਾਲ ਭੋਗ ਪੈ ਚੁੱਕਾ ਸੀ ਡੰਡੀ। ਸੜਕਾਂ ਦਾ ਕੋਈ ਹਾਲ ਨਹੀਂ ਸੀ ਡੰਡੀ। ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਲਈ ਵੀ ਲੋਕ ਤਰਸਦੇ ਦੇਖੇ ਗਏ ਸਨ ਡੰਡੀ। ਇਹ ਦੇਸ਼ ਅੱਤਵਾਦੀਆਂ ਅਤੇ ਉਹਨਾਂ ਦੀਆਂ ਸਰਗਰਮੀਆਂ ਦਾ ਗੜ ਬਣ ਚੁੱਕਾ ਸੀ ਡੰਡੀ। ਇਸ ਵਿੱਚ ਵੱਡੀ ਸ਼ਹਿਰ ਪਾਕਿਸਤਾਨ ਦੀ ਸੀ ਡੰਡੀ। ਮੁੱਖ ਸ਼ਹਿਰ ਕੰਧਾਰ ਚੋਂ ਉੱਠੀ ਇਹ ਲਹਿਰ ਹੌਲੀ ਹੌਲੀ ਪੂਰੇ ਦੇਸ਼ ਤੇ ਛਾ ਗਈ ਸੀ ਡੰਡੀ। ਚਾਹੇ ਇਸੇ ਹੀ ਸਮੇਂ ਦੌਰਾਨ ਸਖਤ ਗ੍ਰਹਿ ਯੁੱਧ ਵੀ ਚੱਲਦਾ ਰਿਹਾ ਸੀ ਡੰਡੀ। ਇਸ ਲੰਮੇ ਘਟਨਾਕ੍ਰਮ ਵਿੱਚ ਮੁਹੰਮਦ ਨਜੀਬ ਉੱਲਾ ਦੀ ਹਕੂਮਤ ਵੀ ਰਹੀ ਅਤੇ ਗੁਲਾਬਦੀਨ ਹਿਕਮਤਯਾਰ ਅਤੇ ਅਹਿਮਦ ਸ਼ਾਹ ਮਸੂਦ ਵਰਗੇ ਆਗੂ ਵੀ ਉੱਭਰ ਕੇ ਅੱਗੇ ਆਏ ਡੰਡੀ। ਮੁਹੰਮਦ ਉਮਰ ਤਾਲਿਬਾਨ ਦਾ ਆਗੂ ਸੀ ਡੰਡੀ। ਪਾਕਿਸਤਾਨ ਨੇ ਉਸ ਸਮੇਂ 90,000 ਤਾਲਿਬਾਨਾਂ ਨੂੰ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ ਸੀ ਡੰਡੀ। ਉੱਥੇ ਦੀ ਬਦਨਾਮ ਖੂਫੀਆ ਏਜੰਸੀ ISI ਅਫਗਾਨਿਸਤਾਨ ਵਿੱਚ ਵੱਡਾ ਰੋਲ ਅਦਾ ਕਰ ਰਹੀ ਸੀ ਡੰਡੀ। ਅੱਤਵਾਦੀਆਂ ਦਾ ਗੜ ਬਣ ਜਾਣ ਕਾਰਨ ਦੁਨੀਆ ਭਰ ਵਿੱਚ ਫੈਲੀ ਅੱਤਵਾਦੀ ਜਥੇਬੰਦੀ ਅਲ-ਕਾਇਦਾ ਵੀ ਅਫਗਾਨਿਸਤਾਨ ਵਿੱਚ ਪੂਰੀ ਤਰ੍ਹਾਂ ਸਰਗਰਮ ਸੀ ਡੰਡੀ। ਇਸੇ ਹਾਲਾਤ ਵਿੱਚ ਓਸਾਮਾ ਬਿਨ ਲਾਦੇਨ ਨੇ ਨਵੰਬਰ 2001 ਵਿੱਚ ਅਮਰੀਕਾ ਦੇ ਵੱਡੇ ਤਜਾਰਤੀ ਸ਼ਹਿਰ ਨਿਊਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਦੀਆਂ ਉੱਚੀਆਂ ਇਮਾਰਤਾਂ ਨੂੰ ਆਪਣੇ ਜਿਹਾਦੀਆਂ ਰਾਹੀਂ ਅਮਰੀਕੀ ਜਹਾਜ਼ਾਂ ਨੂੰ ਅਗਵਾ ਕਰਕੇ ਢਹਿ ਢੇਰੀ ਕਰਾ ਦਿੱਤਾ ਸੀ, ਜਿਸ ਕਾਰਨ ਕਰੀਬ 6000 ਵਿਅਕਤੀਆਂ ਦੀ ਮੌਤ ਹੋ ਗਈ ਸੀ ਡੰਡੀ। ਇਸ ਜਥੇਬੰਦੀ ਦਾ ਆਗੂ ਓਸਾਮਾ ਬਿਨ ਲਾਦੇਨ ਅਫਗਾਨਿਸਤਾਨ ਵਿੱਚ ਬੈਠਾ ਸੀ ਡੰਡੀ। ਅਮਰੀਕਾ ਨੇ ਉਸ ਸਮੇਂ ਤਾਲਿਬਾਨ ਦੇ ਮੁੱਖ ਆਗੂ ਮੁਹੰਮਦ ਉਮਰ ਨੂੰ ਓਸਾਮਾ ਬਿਨ ਲਾਦੇਨ ਦੁਆਰਾ ਕੀਤੇ ਗਏ ਜੁਰਮ ਕਰਕੇ ਉਸ ਨੂੰ ਅਮਰੀਕਾ ਦੇ ਹਵਾਲੇ ਕਰਨ ਲਈ ਕਿਹਾ ਸੀ, ਜਿਸ ਲਈ ਮੁਹੰਮਦ ਉਮਰ ਨੇ ਕੋਰਾ ਜਵਾਬ ਦੇ ਦਿੱਤਾ ਸੀ ਡੰਡੀ। ਅਮਰੀਕਾ ਨੇ ਆਪਣੇ ਹੋਰ ਸਹਿਯੋਗੀ ਦੇਸ਼ਾਂ ਨਾਲ ਰਲ ਕੇ ਪਾਕਿਸਤਾਨ ਰਾਹੀਂ ਅਫਗਾਨਿਸਤਾਨ ਵਿੱਚ ਆਪਣੀਆਂ ਫੌਜਾਂ ਭੇਜ ਦਿੱਤੀਆਂ ਸਨ ਡੰਡੀ। ਰਹਿੰਦੇ ਖੁੰਦੇ ਦੇਸ਼ ਨੂੰ ਤਬਾਹ ਕਰਕੇ ਉਸ ਤੇ ਕਬਜ਼ਾ ਕਰ ਲਿਆ ਸੀ ਡੰਡੀ। ਇਸ ਤੋਂ ਬਾਅਦ 20 ਸਾਲ ਤੱਕ ਅਮਰੀਕਾ ਤੇ ਨਾਟੋ ਦੇਸ਼ਾਂ ਨੇ ਆਪਣੀਆਂ ਫੌਜਾਂ ਉੱਥੇ ਰੱਖੀਆਂ, ਪਰ ਤਾਲਿਬਾਨ ਨੇ ਪਾਕਿਸਤਾਨ ਦੀ ਸਰਜ਼ਮੀਨ ਤੇ ਇਨ੍ਹਾਂ ਫੌਜਾਂ ਅਤੇ ਅਫਗਾਨਿਸਤਾਨ 'ਚ ਚੋਣਾਂ ਰਾਹੀਂ ਬਣੀਆਂ ਸਰਕਾਰਾਂ ਵਿਰੁੱਧ ਹਮਲੇ ਜਾਰੀ ਰੱਖੇ ਡੰਡੀ। ਉਹਨਾਂ ਦੀ ਤਾਕਤ ਇੰਨੀ ਵੱਧ ਗਈ ਸੀ ਕਿ ਉਹਨਾਂ ਨੇ ਲਗਾਤਾਰ ਅਫਗਾਨਿਸਤਾਨੀ ਸਰਕਾਰਾਂ ਨੂੰ ਚੁਣੌਤੀ ਦਿੱਤੀ ਰੱਖੀ ਡੰਡੀ। 20 ਸਾਲ ਦੇ
ਅਰਸੇ ਵਿੱਚ ਬਣੀਆਂ ਅਫਗਾਨਿਸਤਾਨੀ ਸਰਕਾਰਾਂ ਨੇ ਸ਼ਹਿਰੀ ਆਜ਼ਾਦੀਆਂ ਨੂੰ ਬਹਾਲ ਕੀਤਾ। ਡੰਡੀ ਦੇਸ਼ ਵਿੱਚ ਤਹਿਸ-ਨਹਿਸ ਹੋ ਗਏ ਮੁੱਢਲੇ ਢਾਂਚੇ ਦੀ ਨਵ ਉਸਾਰੀ ਸ਼ੁਰੂ ਕੀਤੀ। ਡੰਡੀ ਭਾਰਤ ਨੇ ਇਸ ਵਿੱਚ ਵੱਡਾ